ਮੇਰੇ ਰਿਸ਼ਤੇਦਾਰਾਂ ਨੂੰ ਵਹਿਮ ਸੀ ਕਿ ਮੈਂ ਪੱਕੀ ਨੌਕਰੀ 'ਤੇ ਲੱਗਿਆ ਹੋਇਆ ਵਾਂ। ਮੇਰੇ ਕੋਲ ਬਹੁਤ ਪੈਸੇ ਹੋਵਣਗੇ, ਕਿਉਂ ਜੋ ਮੇਰੀ ਸ਼ੁਰੂ ਤੋਂ ਹੀ ਆਦਤ ਸੀ ਕਿ ਫਾਕੇ ਹੋਵਣ ਤੇ ਭਾਵੇਂ ਦੁੱਖ, ਕਿਸੇ ਕੋਲੋਂ ਕੁਝ ਮੰਗਣਾ ਨਹੀਂ। ਰਿਸ਼ਤੇਦਾਰ ਮੇਰੀ ਇਸ ਆਦਤ ਨੂੰ ਪੈਸੇ ਨਾਲ ਜੋੜਦੇ। ਉਹਨਾਂ ਦੇ ਖਿਆਲ ਵਿੱਚ ਮੈਂ ਕਾਫੀ ਪੈਸੇ ਜੋੜ ਲਏ ਹੋਸਣ। ਕਿਸੇ ਨਾ ਕਿਸੇ ਪੱਜ ਮੈਥੋਂ ਪੈਸੇ ਲੈਣ ਦੀ ਕੋਸ਼ਿਸ਼ ਵਿੱਚ ਰਹਿੰਦੇ, ਪਰ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ। ਕਿਸੇ ਰਿਸ਼ਤੇਦਾਰ ਜਾਂ ਸੱਜਣ ਨੂੰ ਦਿੰਦਾ ਕਿੱਥੋਂ। ਮੈਂ ਬੜੀ ਮੁਸ਼ਕਲ ਨਾਲ ਆਪ ਗੁਜ਼ਾਰਾ ਕਰ ਰਿਹਾ ਸਾਂ। ਗੁਜ਼ਾਰਾ ਕੀ, ਵਿੱਚ ਫਾਕੇ ਵੀ ਆ ਜਾਂਦੇ ਸਨ। ਹੁਣ ਕਿਤਾਬਾਂ, ਰਸਾਲਾ ਖਰੀਦਣ ਲਈ ਮੈਨੂੰ ਬਹੁਤ ਸਰਫਾ ਤੇ ਫਾਕਾ ਕਰਨਾ ਪੈਂਦਾ ਸੀ। ਮੈਨੂੰ ਪੜ੍ਹਨ ਲਈ ਭਾਵੇਂ ਬਹੁਤ ਸਾਰੀਆਂ ਕਿਤਾਬਾਂ ਹੁਜਰੇ ਵਿੱਚੋਂ ਮਿਲ ਜਾਇਆ ਕਰਦੀਆਂ ਸਨ, ਪਰ ਫਿਰ ਵੀ ਕੋਈ ਨਾ ਕੋਈ ਐਸੀ ਕਿਤਾਬ ਬਾਜ਼ਾਰ ਵਿੱਚੋਂ ਨਜ਼ਰ ਆ ਜਾਂਦੀ ਸੀ ਜਿਹਨੂੰ ਖਰੀਦਣ ਲਈ ਮੇਰਾ ਜੀਅ ਕਰਦਾ ਸੀ। ਪਸੰਦ ਦੀ ਕਿਤਾਬ ਖਰੀਦਣ ਲਈ ਕਈ ਮਹੀਨੇ ਪੈਸੇ ਬਚਾ ਕੇ ਰੱਖਣੇ ਪੈਂਦੇ ਸਨ। ਉਹ ਵੀ ਕਦੇ ਕੋਈ ਕਿਤਾਬ ਖਰੀਦਣ ਵਿੱਚ ਕਾਮਯਾਬ ਹੋ ਜਾਂਦਾ ਸਾਂ, ਕਦੇ ਕੋਈ ਘਰ ਵਿੱਚ ਬਿਮਾਰ ਹੁੰਦਾ ਤਾਂ ਸਭ ਕੁਝ ਉਖੜ ਪੁਖੜ ਜਾਂਦਾ ਸੀ। ਰਿਸ਼ਤੇਦਾਰ ਮੇਰੀ ਮਜਬੂਰੀ ਤੇ ਔਕੜ ਦਾ ਐਤਬਾਰ ਨਹੀਂ ਸਨ ਕਰਦੇ। ਬਹੁਤ ਸਾਰੇ ਸੱਜਣ ਤੇ ਰਿਸ਼ਤੇਦਾਰ ਮੈਥੋਂ ਨਾਰਾਜ਼ ਰਹਿੰਦੇ। ਉਹਨਾਂ ਦੀ ਰਾਂਝਗੀ ਮੈਥੋਂ ਵੇਖੀ ਨਹੀਂ ਸੀ ਜਾਂਦੀ, ਪਰ ਮੈਂ ਕੀ ਕਰ ਸਕਦਾ ਸਾਂ। ਮੇਰੇ ਪੱਲੇ ਹੀ ਕੁਝ ਨਹੀਂ ਸੀ। ਇੱਕ ਸ਼ਾਮ ਮੇਰੀ ਵਹੁਟੀ ਨੂੰ ਬਾਹਰ ਪੈਲੀਆਂ ਵਿੱਚ ਸੱਪ ਲੜ ਗਿਆ। ਮੇਰੇ ਕੋਲ ਹਸਪਤਾਲ ਲਿਜਾ ਕੇ ਉਹਦੇ ਇਲਾਜ ਲਈ ਪੈਸੇ ਨਹੀਂ ਸਨ। ਫੇਰ ਵੀ ਲੈ ਟੁਰਿਆ ਕਿ ਖੌਰੇ ਹਸਪਤਾਲ ਵਿੱਚ ਮੁਫਤ ਇਲਾਜ ਹੋ ਜਾਵੇ, ਪਰ ਉਸ ਮੇਰੀ ਗੁਰਬਤ ਦਾ ਲਿਹਾਜ਼ ਕਰਦਿਆਂ ਰਾਹ ਵਿੱਚ ਹੀ ਸਾਥ ਛੱਡ ਦਿੱਤਾ। ਉਹਦੇ 2 ਬਾਲ ਰਹਿ ਗਏ ਮੇਰੇ ਕੋਲ। ਹੁਣ ਤਾਂ ਮੇਰੇ ਲਈ ਘਰ ਵੀ ਸੁੰਨਸਾਨ ਹੋ ਗਿਆ। ਇੱਥੇ ਕੋਈ ਵੀ ਔਕੜਾਂ ਵਿੱਚ ਸਾਥ ਤੇ ਤਸੱਲੀ ਨਹੀਂ ਸੀ ਦਿੰਦਾ। ਹੁਜਰੇ ਆਵਣਾ ਵੀ ਔਖਾ ਹੋ ਗਿਆ। ਝੱਟ ਆਉਂਦਾ ਸਾਂ ਤੇ ਝੱਟ ਹੀ ਪਰਤ ਜਾਂਦਾ ਸਾਂ। ਬਾਲ ਅਜੇ ਛੋਟੇ ਸਨ, ਉਹਨਾਂ ਦਾ ਧਿਆਨ ਕਰਨਾ ਵੀ ਮੇਰੇ ਲਈ ਔਖਾ ਹੋ ਗਿਆ। ਛੋਟਾ ਤਾਂ ਬਹੁਤ ਹੀ ਜ਼ਿੱਦੀ ਤੇ ਹਰ ਵੇਲੇ ਤੰਗ ਕਰਿਆ ਕਰਦਾ ਸੀ। ਇਹੀ ਕਾਰਨ ਸੀ ਕਿ ਮੈਂ ਬਹੁਤ ਦਿਨਾਂ ਤੀਕਰ ਹੁਜਰੇ ਨਾ ਜਾ ਸਕਿਆ ਤੇ ਨਾ ਹੀ ਕਿਸੇ ਅਦਬੀ ਬੈਠਕ ਵਿੱਚ, ਸਗੋਂ ਮੈਂ ਲਾਹੌਰ ਹੀ ਨਹੀਂ ਸਾਂ ਗਿਆ। ਮਾਂ ਦਾ ਆਖਣਾ ਸੀ ਕਿ ਦੂਜਾ ਵਿਆਹ ਕਰਾ ਲੈ, ਪਰ ਮੈਂ ਨਹੀਂ ਸੀ ਮੰਨਦਾ। ਮੇਰੇ ਖਿਆਲ ਵਿੱਚ ਗਰੀਬ ਆਦਮੀ ਵਿਆਹ ਦਾ ਭਾਰ ਨਹੀਂ ਸੀ ਚੁੱਕ ਸਕਦਾ। ਪਹਿਲੇ ਤਾਂ ਮੈਨੂੰ ਸਮਝ ਨਹੀਂ ਸੀ, ਪਰ ਹੁਣ ਮੈਂ ਜਾਣ ਗਿਆ ਸੀ ਕਿ ਵਿਆਹ ਕਰਵਾ ਕੇ ਕਿਸੇ ਹੋਰ ਨੂੰ ਫਾਕੇ ਨਹੀਂ ਮਾਰਨਾ। ਕਾਫੀ ਦਿਨਾਂ ਮਗਰੋਂ ਜਦ ਦਿਲ ਬਹੁਤ ਹੀ ਉਦਾਸ ਹੋਇਆ, ਘਰ ਵੀ ਸੁੰਨਾ ਸੁੰਨਾ ਸੀ ਤੇ ਲੋਕ ਵੀ ਰੁੱਖੇ ਰੁੱਖੇ ਸਨ। ਸੱਚ ਹੀ ਤਾਂ ਵਾਰਿਸ ਸ਼ਾਹ ਆਖਿਆ ਸੀ, ਘਰ ਸਦਾ ਔਰਤਾਂ ਨਾਲ ਸੌਂਦੇ ਜਿਵੇਂ ਰਾਤ ਹਨੇਰੀ ਵਿੱਚ ਦੀਵਿਆਂ ਨੀ। ਪਰ ਮੇਰੇ ਤਾਂ ਘਰ ਦਾ ਦੀਵਾ ਬੁਝ ਗਿਆ ਹੋਇਆ ਸੀ। ਸੱਚੀ ਮੁੱਚੀ ਹਨੇਰੇ ਕੋਠੇ ਵਿੱਚੋਂ ਘਰਵਾਲੀ ਦੇ ਬਿਨਾਂ ਖੌਫ ਆਇਆ ਕਰਦਾ ਸੀ। ਨਵਾਂ ਦੀਵਾ ਬਾਲਣ ਲਈ ਮੇਰੇ ਵਿੱਚ ਹਿੰਮਤ ਨਹੀਂ ਸੀ ਹੋ ਰਹੀ। ਕੁਝ ਸਮਝ ਨਹੀਂ ਸੀ ਆ ਰਹੀ। ਮੇਰੀਆਂ ਤਲਖੀਆਂ ਵੱਧ ਤੋਂ ਵੱਧ ਹੋ ਰਹੀਆਂ ਸਨ। ਦਿਲ ਕਰਦਾ ਸੀ ਕਿ ਹੁਜਰੇ ਜਾ ਕੇ ਕੁਝ ਤਾਂ ਸੁਣ ਆਵਾਂ, ਉਸ ਹੁਜਰੇ ਵਾਲੇ ਦਰਵੇਸ਼ ਨੂੰ ਸਲਾਮ ਕਰ ਆਵਾਂ, ਵੇਖ ਆਵਾਂ ਉਹਦੀਆਂ ਉਦਾਸੀਆਂ ਮੇਰੇ ਨਾਲੋਂ ਘੱਟ ਨਹੀਂ, ਸਗੋਂ ਮੇਰੇ ਵਾਂਗ ਹਨ। ਪੱਕਾ ਇਰਾਦਾ ਕਰ ਲਿਆ ਸੀ ਕਿ ਛੁੱਟੀ ਵਾਲੇ ਦਿਨ ਜ਼ਰੂਰ ਜਾਵਾਂਗਾ, ਸੰਗਤ ਵਿੱਚ ਵੀ ਰਲਤ ਕਰਾਂਗਾ। ਅਗਲੇ ਦਿਨ ਫੈਕਟਰੀ ਦਾ ਅਖਬਾਰ ਦੇਖਿਆ। ਮਾਲੂਮ ਹੋਇਆ ਕਿ ਹੁਜਰੇ ਵਾਲਾ ਗ੍ਰਿਫਤਾਰ ਹੋ ਗਿਆ ਏ ਤੇ ਉਹਦੀ ਕੋਈ ਦੱਸ ਪੁੱਛ ਨਹੀਂ ਸੀ ਲੱਗਦੀ। ਖਬਰ ਨੂੰ ਪੜ੍ਹ ਕੇ ਦਿਲ ਵਿੱਚ ਇੱਕ ਪੀੜ ਦੀ ਲਹਿਰ ਉੱਠੀ। ਮੇਰੇ ਮੂੰਹੋਂ ਨਿਕਲਿਆ ਕਿ ਐਸੀ ਅਵਾਮੀ ਹਕੂਮਤ ਆਈ ਏ, ਦਰਵੇਸ਼ਾਂ ਨੂੰ ਵੀ ਕੈਦ ਕਰਨ ਲੱਗ ਪਈ ਏ। ਮੈਂ ਛੁੱਟੀ ਲੈ ਕੇ ਹੁਜਰੇ ਅੱਪੜਿਆ। ਉੱਥੇ ਜੰਦਰਾ ਵੱਜਾ ਹੋਇਆ ਸੀ। ਮੈਂ ਜੰਦਰੇ ਨੂੰ ਫੜ ਕੇ ਉਤਾਂ ਅੱਡੀਆਂ ਚੁੱਕ ਕੇ ਚੁੰਮਿਆ ਤੇ ਮੇਰੇ ਅੱਥਰੂ ਵਗ ਪਏ ਸਨ। ਹਸਨ ਕੋਲੋਂ ਪੁੱਛਿਆ ਤਾਂ ਉਸ ਡਰੇ ਹੋਏ ਨੇ ਦੱਸਿਆ ਕਿ ਸ਼ਾਮੀ ਪੁਲਿਸ ਆਈ ਸੀ, ਉਹਨਾਂ ਦੇ ਨਾਲ ਗਏ ਨੇ, ਅਜੇ ਤੀਕਰ ਮੁੜ ਕੇ ਨਹੀਂ ਆਏ। ਹੁਣ ਪਤਾ ਨਹੀਂ ਕਿੱਥੇ ਹੁਸਨ। ਕੁਝ ਲੋਕ ਜ਼ਮਾਨਤ ਲਈ ਭੱਜ ਦੌੜ ਕਰ ਰਹੇ ਨੇ। ਕੱਲ੍ਹ ਨੂੰ ਕਚਹਿਰੀ ਵਿੱਚ ਆ ਜਾਵੀਂ। ਮੈਂ ਘਰ ਨੂੰ ਪਰਤ ਆਇਆ। ਹੋਰ ਕੀ ਕਰ ਸਕਦਾ ਸਾਂ। ਮਸਾਂ ਕਰਕੇ ਦਿਨ ਉਡੀਕਦਿਆਂ, ਰਾਤ ਚਿੰਤਾ ਕਰਦਿਆਂ ਕੱਢੀ। ਅਗਲੇ ਦਿਨ ਸਵੇਰੇ ਸਵੇਰੇ ਕਚਹਿਰੀ ਅੱਪੜ ਗਿਆ। ਕਚਹਿਰੀ ਵਿੱਚ ਕੁਝ ਵੀ ਨਹੀਂ ਸੀ। ਅਜੇ ਲੋਕ ਨਹੀਂ ਸਨ ਆਏ। ਉਹਨਾਂ ਵਾਸਤੇ ਅਜੇ ਦਿਨ ਨਹੀਂ ਸੀ ਚੜ੍ਹਿਆ। ਮੈਂ ਕਚਹਿਰੀਓਂ ਬਾਹਰ ਆ ਕੇ ਐਵੇਂ ਸੜਕ ਉੱਤੇ ਇੱਧਰ ਉੱਧਰ ਫਿਰਦਾ ਹੋਇਆ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸਾਂ। ਕਚਹਿਰੀ ਵਿੱਚ ਲੋਕ ਆਵਣ ਜਾਵਣ ਲੱਗ ਪਏ ਤਾਂ ਮੈਂ ਵੀ ਕਚਹਿਰੀ ਦੀ ਚਾਰ ਦੀਵਾਰੀ ਦੇ ਅੰਦਰ ਆ ਗਿਆ। ਲੰਮੀ ਚੌੜੀ ਕਚਹਿਰੀ ਵਿੱਚ ਮੈਂ ਕੀ ਜਾਣਾ ਕਿਹੜੀ ਅਦਾਲਤ ਵਿੱਚ ਦਰਵੇਸ਼ ਦੀ ਪੇਸ਼ੀ ਹੋ ਸੀ। ਮੈਂ ਭੱਜ ਭੱਜ ਕੇ ਕਚਹਿਰੀ ਦੇ ਇੱਕ ਸਿਰੇ ਤੋਂ ਦੂਜੇ ਤੀਕਰ ਕਈ ਚੱਕਰ ਕੱਢੇ ਹੋ ਸਨ। ਹੁਜਰੇ ਜਾਵਣ ਵਾਲੇ ਕੁਝ ਜਾਣੇ ਪਛਾਣੇ ਲੋਕ ਨਜ਼ਰ ਪਏ ਤਾਂ ਮੈਂ ਵੀ ਉਹਨਾਂ ਕੋਲ ਜਾ ਖਲੋਤਾ। ਵੇਖਦਿਆਂ ਵੇਖਦਿਆਂ ਕਈ ਵਕੀਲ ਤੇ ਬੇਹਿਸਾਬ ਹੋਰ ਲੋਕ ਇਕੱਠੇ ਹੋ ਗਏ। ਹਕੂਮਤ ਦੇ ਖਿਲਾਫ ਬੜੀ ਨਾਅਰਾਬਾਜ਼ੀ ਹੋਈ।
ਮਾਲੂਮ ਹੋਇਆ ਕਿ ਪਿਛਲੇ ਪਾਸਿਓਂ ਦਰਵੇਸ਼ ਨੂੰ ਅਦਾਲਤ ਵਿੱਚ ਲੈ ਆਂਦਾ ਏ। ਬਹੁਤ ਸਾਰੇ ਵਕੀਲ ਤੇ ਲੋਕ ਅਦਾਲਤ ਦੇ ਅੰਦਰ ਚਲੇ ਗਏ। ਮੈਜਿਸਟ੍ਰੇਟ ਕਹਿ ਰਿਹਾ ਸੀ, ਉਸਤਾਦ ਜੀ, ਤੁਹਾਡੇ ਉੱਤੇ 2 ਪਿਸਤੌਲ ਤੇ ਇੱਕ ਦਸਤੀ ਬੰਬ ਰੱਖਣ ਦਾ ਇਲਜ਼ਾਮ ਏ। ਕੀ ਹੋਣਾ ਚਾਹੀਦਾ ਏ? ਪਰ ਕੁਰਬਾਨ ਜਾਈਏ ਦਰਵੇਸ਼ ਦੇ ਹੌਸਲੇ ਤੋਂ। ਬੋਲੇ, ਜੋ ਅੱਜ ਮੇਰੇ ਨਾਲ ਹੋ ਰਿਹਾ ਏ, ਕੱਲ੍ਹ ਨੂੰ ਇੰਜ ਵੇਲੇ ਦਾ ਹਾਕਮ ਵੀ ਕਟਹਿਰੇ ਵਿੱਚ ਹੋਸੀ। ਇੱਕ ਵਕੀਲ ਅਕਬਰ ਲਾਹੌਰੀ ਆਖਿਆ, ਜਨਾਬ, ਅੱਜ ਦਾ ਦਿਨ, ਅੱਜ ਦੀ ਇਹ ਗੱਲ ਤੇ ਮੁਕੱਦਮਾ ਹਿੱਸਾ ਬਣਨੇ ਨੇ। ਇਹ ਸਭ ਕੁਝ ਤਾਰੀਖ ਵਿੱਚ ਦਰਜ ਹੋਣਾ ਏ ਕਿ ਕਿਹੜੇ ਵੇਲੇ ਕਿਹੜੀ ਅਦਾਲਤ ਕਿਹੋ ਜਿਹਾ ਫੈਸਲਾ ਕੀਤਾ ਸੀ। ਅਕਬਰ ਲਾਹੌਰੀ ਕਹਾਣੀਕਾਰ ਤੇ ਸ਼ਾਇਰ ਵੀ ਸੀ। ਆਖਰ ਮੈਜਿਸਟ੍ਰੇਟ ਕੱਚੀ ਜ਼ਮਾਨਤ ਮਨਜ਼ੂਰ ਕਰਕੇ ਅਗਲੀ ਤਾਰੀਖ ਦੇ ਦਿੱਤੀ। ਅਦਾਲਤ ਦੇ ਬਾਹਰ ਲੋਕਾਂ ਦੇ ਇਕੱਠ ਨੂੰ ਦਰਵੇਸ਼ ਸ਼ੇਰ ਸੁਣਾਏ। ਬਹੁਤ ਸਾਰੇ ਲੋਕ ਹੁਜਰੇ ਤੀਕਰ ਨਾਲ ਆਏ। ਮੈਂ ਵੀ ਪਿੱਛੇ ਪਿੱਛੇ ਤੁਰਿਆ ਆਇਆ। ਕੱਚੀ ਜ਼ਮਾਨਤ ਸੀ। ਕੁਝ ਲੋਕ ਤਾਂ ਹੁਜਰਿਓਂ ਬਾਹਰ ਹੀ ਚਲੇ ਗਏ, ਕੁਝ ਲੋਕ ਝੱਟ ਦਾ ਝੱਟ ਬਹਿ ਕੇ ਨਿਕਲ ਗਏ। ਲੋਕਾਂ ਨੂੰ ਡਰ ਸੀ, ਕੱਚੀ ਜ਼ਮਾਨਤ ਕਿਸੇ ਵੇਲੇ ਵੀ ਟੁੱਟ ਸਕਦੀ ਏ। ਹੋ ਸਕਦਾ ਇਸ ਹੁਜਰੇ ਵਿੱਚ ਬਹਿਣ ਨਾਲ ਅਸਾਂ ਵੀ ਫੜੇ ਜਾਈਏ ਤੇ ਸਾਡੇ ਉੱਤੇ ਵੀ ਬਗਾਵਤ ਦਾ ਮੁਕੱਦਮਾ ਬਣ ਜਾਵੇ। ਜਿਹੜੇ ਬਹੁਤ ਹੀ ਕਰੀਬੀ ਲੋਕ ਸਨ ਉਹ ਤਾਂ ਬੈਠੇ ਰਹੇ, ਪਰ ਡਰਾਮਦੇ ਹੋਏ ਆਖਦੇ ਕਿ ਇਸ ਹਕੂਮਤ ਦਾ ਕੋਈ ਇਤਬਾਰ ਨਹੀਂ। ਹੋ ਸਕਦਾ ਏ ਕਿ ਕਿਸੇ ਹੋਰ ਇਲਜ਼ਾਮ ਵਿੱਚ ਦੁਬਾਰਾ ਗ੍ਰਿਫਤਾਰ ਕਰ ਲਵੇ। ਤੁਸਾਂ ਕੁਝ ਦਿਨਾਂ ਲਈ ਲਾਹੌਰੋਂ ਬਾਹਰ ਚਲੇ ਜਾਓ। ਲਾਹੌਰੋਂ ਬਾਹਰ ਨਹੀਂ ਜਾਣਾ ਤਾਂ ਸਾਡੇ ਵਿੱਚੋਂ ਕਿਸੇ ਇੱਕ ਦੇ ਘਰ ਆ ਜਾਓ। ਦਰਵੇਸ਼ ਸਭ ਨੂੰ ਅੱਛਾ ਅੱਛਾ ਕਹਿੰਦੇ ਰਹੇ, ਸਭ ਦਾ ਸ਼ੁਕਰੀਆ ਕਰਦੇ ਹੋਏ ਤੇ ਹੱਸਦੇ ਹੋਏ ਜਾਪਦੇ ਸਨ। ਇਹ ਗੱਲ ਕਿਸੇ ਵੀ ਨਾ ਆਖੀ ਕਿ ਉੱਠੋ ਜੀ, ਤੁਸਾਂ ਮੇਰੇ ਨਾਲ ਚੱਲੋ, ਮੈਂ ਤੁਹਾਡੀ ਸੰਭਾਲ ਕਰਾਂਗਾ। ਦਰਵੇਸ਼ ਦਾ ਆਖਣਾ ਸੀ, ਇਹ ਹਕੂਮਤ ਜ਼ਿਆਦਾ ਦੇਰ ਰਹਿੰਦੀ ਨਹੀਂ ਜਾਪਦੀ। ਇਹੋ ਜਿਹੀਆਂ ਹਰਕਤਾਂ ਅੰਗਰੇਜ਼ ਵੀ ਨਹੀਂ ਸੀ ਕਰਦਾ। ਉਹ ਵੀ ਆਪਣੇ ਬਣਾਏ ਹੋਏ ਕਾਨੂੰਨ ਦਾ ਇਹਤਰਾਮ ਕਰਦਾ ਸੀ, ਪਰ ਇਹ ਆਪਣਾ ਕਾਨੂੰਨ ਆਪ ਤੋੜੀ ਜਾਂਦੇ ਨੇ। ਇਹ ਜਿਹੜੇ ਆਪਣੇ ਆਪ ਨੂੰ ਅਵਾਮੀ ਕਹਿੰਦੇ ਨੇ, ਅਵਾਮ ਨੂੰ ਬੋਲਣ ਵੀ ਨਹੀਂ ਦਿੰਦੇ। ਇਸੇ ਲਈ ਮੇਰਾ ਖਿਆਲ ਏ ਕਿ ਹਕੂਮਤ ਜ਼ਿਆਦਾ ਦੇਰ ਨਹੀਂ ਰਹਿਣ ਲੱਗੀ। ਜੇ ਇਹ ਹਕੂਮਤ ਮੁਹੱਜ਼ਬ ਲੋਕਾਂ ਦੀ ਹੁੰਦੀ ਤਾਂ ਮੇਰੇ ਉੱਤੇ ਮੇਰੀ ਉਸ ਨਜ਼ਮ ਦਾ ਮੁਕੱਦਮਾ ਬਣਾਉਂਦੇ। ਮੇਰੇ ਉੱਤੇ ਅਸਲਾ ਪਾ ਕੇ ਇੰਨਾ ਸ਼ੋਧੇਪਣ ਦਾ ਸਬੂਤ ਦਿੱਤਾ ਏ। ਉਹਨਾਂ ਆਪਣੀ ਨਜ਼ਮ ਇਹ ਕੀ ਕਰੀ ਜਾਨਾ ਏ 1 ਮਈ ਦੇ ਜਸ਼ਨ ਵਿੱਚ ਪੜ੍ਹੀ ਸੀ ਤੇ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੜ੍ਹੀ ਸੀ। ਨਜ਼ਮ ਬਹੁਤ ਮਸ਼ਹੂਰ ਹੋਈ। ਲੋਕਾਂ ਆਪਣੇ ਕੋਲੋਂ ਵੀ ਬਹੁਤ ਸਾਰੇ ਸ਼ੇਅਰਾਂ ਦਾ ਵਾਅਦਾ ਕਰ ਲਿਆ ਹੋਇਆ ਸੀ। ਜਿਸ ਵੇਲੇ ਇਹ ਨਜ਼ਮ ਮਸ਼ਹੂਰ ਹੋਈ, ਉਸ ਵੇਲੇ ਹਕੂਮਤ ਦੇ ਖਿਲਾਫ ਇੱਕ ਜ਼ਬਾਨ ਵੀ ਤਾਂ ਬੋਲਣ ਦੀ ਜੁਰਤ ਨਹੀਂ ਸੀ ਹੋ ਰਹੀ, ਪਰ ਹੁਜਰੇ ਵਾਲੇ ਦਰਵੇਸ਼ ਲਲਕਾਰ ਦਿੱਤਾ ਸੀ। ਜਵਾਬ ਵਿੱਚ ਹਕੂਮਤ ਨਜਾਇਜ਼ ਅਸਲਾ ਰੱਖਣ ਦੇ ਜੁਰਮ ਵਿੱਚ ਫੜ ਲਿਆ ਤੇ ਬਗਾਵਤ ਦਾ ਕੇਸ ਬਣਾਉਣਾ ਚਾਹੁੰਦੀ ਸੀ। ਦਰਵੇਸ਼ ਦਾ ਆਖਣਾ ਸੀ, ਜੇ ਮੇਰੇ ਹੁਜਰੇ ਦਾ ਬੂਹਾ ਨਾ ਹੁੰਦਾ ਤਾਂ ਟੈਂਕ ਨਿਕਲਦੇ, ਛੱਤ ਨਾ ਹੁੰਦੀ ਤਾਂ ਹੈਲੀਕਾਪਟਰ ਨਿਕਲਣੇ ਸਨ। ਇੰਨੀ ਪਰੇਸ਼ਾਨੀ ਤੇ ਦੁੱਖ ਵਿੱਚ ਦਰਵੇਸ਼ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾ ਰਿਹਾ ਸੀ। ਲੋਕ ਇੱਕ ਇੱਕ ਕਰਕੇ ਹੁਜਰੇ ਵਿੱਚੋਂ ਨਿਕਲ ਗਏ, ਡਰੇ ਹੋਏ ਸਨ। ਜਦ ਮੈਂ ਇਕੱਲਾ ਰਹਿ ਗਿਆ ਤਾਂ ਉਹਨਾਂ ਮੇਰੇ ਵੱਲ ਵੇਖ ਕੇ ਆਖਿਆ, ਤੂੰ ਕਿਉਂ ਰੋਨਾ ਏ? ਇੰਜ ਤਾਂ ਸਾਡੇ ਨਾਲ ਜੰਮਣ ਤੋਂ ਵੀ ਪਹਿਲੇ ਤੋਂ ਹੁੰਦਾ ਰਹਿੰਦਾ ਏ। ਜਿਹੜਾ ਤਸ਼ੱਦਦ ਸਾਡੇ ਜਾਨਵਰਾਂ ਉੱਤੇ ਹੁੰਦਾ ਏ, ਉਹੀ ਸਾਡੇ ਵੱਲ ਮੁੰਤਕਿਲ ਹੋ ਜਾਂਦਾ ਏ। ਮੇਰੇ ਆਖਣ ਉੱਤੇ ਕਿ ਮੈਂ ਰੋਂਦਾ ਤਾਂ ਨਹੀਂ, ਮੈਨੂੰ ਰੋਵਣ ਦੀ ਕੀ ਲੋੜ ਏ, ਪਰ ਮੇਰੇ ਅਥਰੂ ਆਪੇ ਹੀ ਵਗਦੇ ਪਏ ਨੇ। ਮੈਂ ਕੀ ਕਰਾਂ? ਉਸ ਵੇਲੇ ਮੇਰੀ ਆਵਾਜ਼ ਮੇਰੇ ਸੰਗ ਵਿੱਚ ਅੜ ਗਈ ਸੀ। ਮੇਰੀ ਹਾਲਤ ਵੇਖ ਕੇ ਉਹ ਆਪ ਵੀ ਰੋਵਣ ਲੱਗ ਪਏ ਸਨ। ਉਹਨਾਂ ਆਖਿਆ, ਚੱਲ ਫਿਰ ਲਾਹੌਰੋਂ ਬਾਹਰ ਚੱਲੀਏ। ਹੁਜਰੇ ਨੂੰ ਜਿੰਦਰਾ ਮਾਰ ਕੇ ਅਸਾਂ ਬਾਹਰ ਨਿਕਲ ਟੁਰੇ। ਇੱਕ ਵਾਰ ਫਿਰ ਉਹਨਾਂ ਅਫਸੋਸ ਕਰਦਿਆਂ ਆਖਿਆ, ਮੇਰੇ ਉੱਤੇ ਮੇਰੀ ਸ਼ਾਇਰੀ ਦੇ ਹਵਾਲੇ ਨਾਲ ਮੁਕੱਦਮਾ ਬਣਦਾ ਤਾਂ ਮੈਂ ਹੱਸ ਕੇ ਸੂਲੀ ਚੜ੍ਹ ਜਾਂਦਾ, ਪਰ ਉਹਨਾਂ ਮੇਰੇ ਉੱਤੇ ਇਖਲਾਕੀ ਮੁਜਰਮ ਹੋਣ ਦਾ ਇਲਜ਼ਾਮ ਲਾ ਕੇ ਚੰਗਾ ਨਹੀਂ ਕੀਤਾ। ਇੰਜ ਦੇ ਇਲਜ਼ਾਮ ਉਹਨਾਂ ਉੱਤੇ ਵੀ ਲੱਗਣਗੇ। ਆਪਣੇ ਅਸੂਲ ਤੋੜ ਕੇ ਆਪ ਫਸਣਗੇ। ਮੇਰੇ ਆਪਣੇ ਕੋਲ ਤਾਂ ਆਪਣੇ ਵਾਸਤੇ ਕੋਈ ਜਗ੍ਹਾ ਨਹੀਂ ਸੀ। ਇਸੇ ਲਈ ਮੈਂ ਉਹਨਾਂ ਆਪਣੇ ਇੱਕ ਸੱਜਣ ਕੋਲ ਪਿੰਡ ਮੋਰਾਂ ਵਾਲੀ ਲੈ ਗਿਆ। ਉੱਥੇ ਰਹਿਣ ਲਈ ਕਾਫੀ ਗੁੰਜਾਇਸ਼ ਸੀ। ਪਿੰਡ ਵਿੱਚ ਮੈਂ ਮਸ਼ਹੂਰ ਕਰ ਦਿੱਤਾ ਕਿ ਗੋਲੜੇ ਸ਼ਰੀਫ ਦੇ ਗੱਦੀ ਨਸ਼ੀਨ ਪੀਰਾਂ ਵਿੱਚੋਂ ਨੇ। ਲੋਕ ਆਮਦੇ, ਅਦਬ ਇਹਤਰਾਮ ਨਾਲ ਮਿਲਦੇ, ਕੁਝ ਨਜ਼ਰ ਨਿਆਜ਼ ਦੇਵਣ ਦੀ ਕੋਸ਼ਿਸ਼ ਵੀ ਕਰਦੇ ਸਨ, ਪਰ ਮੇਰੇ ਮਨਾ ਕਰਨ ਉੱਤੇ ਉਹ ਨਿਆਜ਼ ਵਾਪਸ ਲੈ ਜਾਂਦੇ ਸਨ। ਪਰ ਕਈ ਤਾਂ ਜਿੱਦ ਕਰਦੇ ਸਨ ਮੇਰੇ ਆਖਣ ਉੱਤੇ ਕਿ ਪੀਰ ਸਾਹਿਬ ਕਈ ਦਿਨ ਇੱਥੇ ਰਹਿਣਗੇ ਤੇ ਤੁਹਾਡੇ ਲਈ ਦੁਆ ਕਰਨਗੇ। ਉਸ ਵੇਲੇ ਖਿਦਮਤ ਕਰੋ ਤਾਂ ਬਿਹਤਰ ਏ। ਅਜੇ ਅਮਰ ਨਹੀਂ ਹੋਇਆ। ਬਿਨਾਂ ਅਮਰ ਦੇ ਸਿੱਧਾ ਕੰਮ ਵੀ ਪੁੱਠਾ ਪੈ ਸਕਦਾ ਹੈ।
ਮੇਰੇ ਇਸ ਮਖੌਲ ਉੱਤੇ ਹੁਜਰੇ ਵਾਲਾ ਹੱਸ ਦੂਰਾ ਹੋਇਆ, ਜਿਵੇਂ ਸਦੀਆਂ ਦਾ ਡੱਕਿਆ ਹੋਇਆ ਹਾਸਾ ਬੰਨ ਤੋੜ ਕੇ ਨਿਕਲ ਟੁਰਿਆ ਹੋਵੇ। ਵਾਹ ਸ਼ੇਖੂਪੁਰੀਆ ਵਾਹ, ਖੂਬ ਘੜਿਆਈ ਆਪਣੇ ਉਸਤਾਦ ਦਾ ਬੁੱਤ। ਹੋਰ ਕੀ ਕਰਦਾ? ਮੈਂ ਦਲੀਲ ਪੇਸ਼ ਕੀਤੀ ਕਿ ਜੇ ਮੈਂ ਅਸਲ ਤੁਆਰਫ ਕਰਵਾਉਂਦਾ ਤਾਂ ਹਰ ਕੋਈ ਸਾਨੂੰ ਸ਼ੱਕ ਦੀ ਨਜ਼ਰੇ ਵੇਖਦਾ ਤੇ ਨਫ਼ਰਤ ਕਰਦਾ। ਸਾਡੇ ਲਈ ਇੱਕ ਰਾਤ ਕੱਟਣੀ ਵੀ ਔਖੀ ਹੋ ਜਾਣੀ ਸੀ। ਹਾਂ, ਠੀਕ ਕੀਤਾ ਈ, ਪਰ ਇੱਥੇ ਕੋਈ ਗਾਵਣ ਵਾਲਾ ਫਨਕਾਰ ਹੈ ਤੇਰੀ ਨਜ਼ਰ ਵਿੱਚ? ਕੋਈ ਨਾ ਕੋਈ ਤਾਂ ਹੋਵੇਗਾ ਹੀ, ਮੈਂ ਆਖਿਆ। ਉਹ ਪੀਰ ਸਾਹਿਬ ਦੀ ਚੌਂਕੀ ਭਰਨ ਜ਼ਰੂਰ ਆਵੇਗਾ। ਪੀਰ ਸਾਹਿਬ ਦੀ ਚੌਂਕੀ ਸੁਣ ਕੇ ਉਹ ਫੇਰ ਬਹੁਤ ਹੱਸੇ। ਸ਼ਾਮ ਹੋਵਣ ਤੋਂ ਪਹਿਲੇ ਮੈਂ ਸਾਈਂ ਅਬਦੁੱਲਾ ਕੈਂਗ ਵਜਾਵਣ ਵਾਲੇ ਨੂੰ ਲੱਭ ਕੇ ਆਪਣੇ ਕੋਲੋਂ ਇਹ ਨਜ਼ਮ ਵੀ ਲਿਖ ਕੇ ਯਾਦ ਕਰਵਾ ਦਿੱਤੀ। ਮੈਨੂੰ ਦੱਸ ਓਏ ਰੱਬਾ ਮੇਰਿਆ, ਮੈਂ ਤਾਂ ਡੁੱਬਦਾ ਜਾਂ ਮੈਂ ਉੱਥੇ ਢੂੰਡਾਂ ਪਿਆਰ ਨੂੰ ਜਿੱਥੇ ਬੱਚਿਆਂ ਖਾਣੀ ਮਾਂ। ਸਾਈਂ ਅਬਦੁੱਲਾ ਗਾਉਂਦਾ ਵੀ ਚੰਗਾ ਸੀ, ਕੈਂਗ ਵਜਾਵਣੀ ਵੀ ਖੂਬ ਆਉਂਦੀ ਸੀ। ਉਸ ਰਾਤ ਨੂੰ ਸਮਾਂ ਬੰਨ੍ਹ ਦਿੱਤਾ। ਪਹਿਲੇ ਸੰਮੀ ਸੁਣਾਈ, ਵਾਰਾਂ ਸੁਣਾਈਆਂ, ਮਿਰਜ਼ਾ ਤੇ ਹੋਰ ਲੋਕ ਗੀਤ ਵੀ ਸੁਣਾਏ। ਆਖਰ ਵਿੱਚ ਉਹ ਨਜ਼ਮ ਮੈਨੂੰ ਓਏ ਰੱਬਾ ਮੇਰਿਆ। ਆਪਣੀ ਹੀ ਨਜ਼ਮ ਸੁਣ ਕੇ ਹੁਜਰੇ ਵਾਲਾ ਬਹੁਤ ਉਦਾਸ ਹੋਇਆ। ਅੱਖਾਂ ਭਿੱਜ ਗਈਆਂ ਸਨ। ਮੈਂ ਵੇਖੇ ਬੱਕਰੇ ਕੁੱਸਦੇ, ਕੋਈ ਲੈ ਲੈ ਤੇਰਾ ਨਾਂ। ਮੈਨੂੰ ਉੱਥੋਂ ਚੀਕਾਂ ਸੁਣਦੀਆਂ ਜਿੱਥੇ ਹੁੰਦੀ ਏ ਚੁੱਪ-ਚਾਂ। ਇਹ ਸ਼ੇਅਰ ਉਹਨਾਂ ਵਾਰ-ਵਾਰ ਸੁਣਿਆ। ਕਾਫੀ ਰਾਤ ਤੀਕਰ ਗੋਲੜੇ ਸ਼ਰੀਫ ਵਾਲੇ ਪੀਰ ਦੀ ਚੌਂਕੀ ਭਰੀ ਜਾਂਦੀ ਰਹੀ। ਸੋਵਣ ਲਈ ਲੰਮੇ ਤਾਂ ਪੈ ਗਏ ਸਾਂ, ਪਰ ਅੱਖਾਂ ਵਿੱਚ ਨੀਂਦਰ ਕੋਈ ਨਹੀਂ ਸੀ। ਅਜੇ ਦਿਨ ਨਹੀਂ ਸੀ ਚੜ੍ਹਿਆ। ਚਿੜੀ ਚੂਕਦੀ ਨਾਲ ਹੀ ਆਖਣ ਲੱਗ ਪਏ ਸਨ, ਉੱਠ ਸ਼ੇਖੂਪੁਰੀਆ, ਲਾਹੌਰ ਚੱਲੀਏ। ਮੇਰਾ ਲਾਹੌਰੋਂ ਵੱਖ ਰਹਿ ਕੇ ਝੱਟ ਨਹੀਂ ਲੰਘਦਾ। ਸੂਰਜ ਚੜ੍ਹਨ ਦੇ ਨਾਲ ਹੀ ਅਸੀਂ ਹੁਜਰੇ ਵਿੱਚ ਵਾਪਸ ਪਰਤ ਆਏ। ਅਗਲੇ ਦਿਨ ਜ਼ਮਾਨਤ ਪੱਕੀ ਹੋ ਗਈ। ਕੁਝ ਦਿਨਾਂ ਮਗਰੋਂ ਹਕੂਮਤ ਮੁਕੱਦਮਾ ਵਾਪਸ ਲੈ ਲਿਆ। ਪੰਜਾਬ ਦੇ ਗਵਰਨਰ ਵੱਲੋਂ 5000 ਦਾ ਚੈੱਕ ਹੁਜਰੇ ਵਿੱਚ ਆਇਆ, ਪਰ ਹੁਜਰੇ ਵਾਲੇ ਵਾਪਸ ਮੋੜ ਦਿੱਤਾ। ਉਹਨਾਂ ਦਿਨਾਂ ਵਿੱਚ ਹੁਜਰੇ ਦਾ ਮਾਹੌਲ ਬੜਾ ਹੀ ਬੇਸਵਾਦਾ ਤੇ ਉਦਾਸ ਹੋ ਗਿਆ। ਕੋਈ ਵਿਰਲਾ ਬੰਦਾ ਆ ਕੇ ਬੈਠਦਾ ਸੀ, ਉਹ ਵੀ ਬਹੁਤ ਹੀ ਅਕੀਦਤ ਵਾਲਾ। ਬਾਕੀ ਲੋਕ ਉੱਥੋਂ ਬੁਲਾ ਕੇ ਲੰਘ ਜਾਂਦੇ ਸਨ। ਇੱਕ ਸ਼ਾਮ ਮੈਂ ਬੈਠਾ ਹੋਇਆ ਸਾਂ ਕਿ 2 ਪੁਲਿਸ ਦੇ ਅਫਸਰ ਆਏ। ਉਹਨਾਂ ਮੈਨੂੰ ਇਸ਼ਾਰੇ ਨਾਲ ਚਲੇ ਜਾਣ ਦਾ ਆਖਿਆ। ਮੈਂ ਵੀ ਇਸ਼ਾਰਾ ਕੀਤਾ ਕਿ ਮੈਂ ਨਹੀਂ ਜਾਣਾ। ਪੁਲਿਸ ਵਾਲਾ ਇਸ਼ਾਰਾ ਕਰੇ ਕਿ ਜਾ, ਮੈਂ ਇਸ਼ਾਰੇ ਵਿੱਚ ਸਿਰ ਹਿਲਾਉਂਦਾ ਕਿ ਨਹੀਂ ਜਾਂਦਾ। ਹੁਜਰੇ ਵਾਲੇ ਮੇਰੇ ਇਨਕਾਰ ਨੂੰ ਤਾੜ ਲਿਆ ਸੀ। ਪੁਲਿਸ ਵਾਲੇ ਦੀ ਖੁਆਇਸ਼ ਵੀ ਸਮਝ ਗਏ ਸਨ ਤਾਂ ਮੈਨੂੰ ਹੁਕਮ ਮਿਲਿਆ, ਸ਼ੇਖੂਪੁਰੀਆ ਹੁਣ ਜਾ ਤੂੰ। ਮੈਂ ਆ ਗਿਆ। ਕੁਝ ਦਿਨਾਂ ਮਗਰੋਂ ਮਾਲੂਮ ਹੋਇਆ ਕਿ ਪੁਲਿਸ ਵਾਲਿਆਂ ਨੂੰ ਸ਼ੱਕ ਸੀ ਕਿ ਕਿਧਰੇ ਜਵਾਬ ਵਿੱਚ ਇਸਤਗਾਸਾ ਨਾ ਹੋ ਜਾਵੇ। ਮੁਆਫੀ ਮੰਗਣ ਆਏ ਸਨ। ਮੁਆਫੀ ਦੇ ਨਾਂ ਉੱਤੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਆਖਿਆ, ਪੁਲਿਸ ਵਾਲਿਆਂ ਨੂੰ ਤੇ ਕਦੇ ਮੁਆਫ ਨਹੀਂ ਕਰਨਾ ਚਾਹੀਦਾ ਸੀ। ਨਹੀਂ ਸ਼ੇਖੂਪੁਰੀਆ, ਮੈਂ ਰਾਹ ਵਿੱਚ ਕਿਸੇ ਨਾਲ ਉਲਝਣਾ ਨਹੀਂ ਚਾਹੁੰਦਾ। ਇੰਜ ਪੰਧ ਖੋਟਾ ਹੁੰਦਾ ਏ। ਉਹਨਾਂ ਦੇ ਆਖਾਂ ਨਾਲ ਮੈਨੂੰ ਤਸੱਲੀ ਨਾ ਸੀ ਹੋਈ। ਪੁੱਛਣਾ ਚਾਹੁੰਦਾ ਸਾਂ ਕਿਹੜਾ ਪੰਧ, ਪਰ ਆਦਬ ਭਾਰੋਂ ਮੈਂ ਇਸ ਬਾਰੇ ਮੁੜ ਸਵਾਲ ਨਾ ਕੀਤਾ। ਵੇਲਾ ਲੰਘਦਾ ਰਿਹਾ। ਲੋਕ ਮੁੜ ਆਵਣ ਜਾਵਣ ਲੱਗ ਪਏ ਸਨ। ਉਹਨਾਂ ਦੀ ਨਜ਼ਮ ਹੀ ਉਹਨਾਂ ਨੂੰ ਆ ਕੇ ਸੁਣਾਉਂਦੇ ਸਨ। ਕਈ ਲੋਕਾਂ ਆਪਣੇ ਕੋਲੋਂ ਜੋੜ ਕੇ ਨਜ਼ਮ ਹੋਰ ਦੀ ਹੋਰ ਬਣਾ ਦਿੱਤੀ ਹੋਈ ਸੀ। ਹੁਜਰੇ ਵਾਲਾ ਸੁਣਦਾ ਤਾਂ ਬਹੁਤ ਹੱਸਦਾ। ਨਜ਼ਮ ਸੁਣਾਉਣ ਵਾਲੇ ਨੂੰ ਬਿਲਕੁਲ ਨਹੀਂ ਸਨ ਟੋਕਦੇ, ਸਗੋਂ ਆਖਦੇ, ਮੇਰੇ ਨਾਲੋਂ ਤੂੰ ਚੰਗਾ ਸ਼ੇਅਰ ਪੜ੍ਹ ਲੈਂਦਾ ਏ। ਉਹਨਾਂ ਦਿਨਾਂ ਵਿੱਚ ਮੇਰੇ ਦੂਜੇ ਵਿਆਹ ਲਈ ਘਰ ਵਾਲਿਆਂ ਵੱਲੋਂ ਬਹੁਤ ਦਬਾਅ ਪੈਣ ਲੱਗ ਪਿਆ ਸੀ। ਮਾਂ ਤਾਂ ਰੋਜ਼ ਹੀ ਗੱਲ ਚਲਾ ਦਿੰਦੀ ਸੀ। ਮੈਂ ਇਨਕਾਰ ਕਰਦਾ ਤਾਂ ਮਾਂ ਆਖਦੀ, ਮੇਰੀ ਸਿਹਤ ਦਿਨੋਂ ਦਿਨ ਡਿੱਗਦੀ ਜਾਂਦੀ ਏ, ਡਿੱਗੀ ਢਾਹ ਵਾਂ, ਕੰਢੀ ਉੱਤੇ ਬਰੋਟਾ ਵਾਂ ਮੈਂ। ਮੇਰੇ ਮਗਰੋਂ ਤੈਨੂੰ ਤੇ ਤੇਰੇ ਬਾਲਾਂ ਨੂੰ ਕਿਸੇ ਰੋਟੀ ਪਕਾ ਕੇ ਨਹੀਂਓ ਦੇਣੀ। ਜਦ ਮੈਂ ਉੱਕਾ ਹੀ ਇਨਕਾਰ ਕਰ ਦਿੱਤਾ ਤਾਂ ਮਾਂ ਗੁੱਸਾ ਹੋ ਕੇ ਆਖਦੀ, ਵੇ ਗੋਗੀ, ਪਤਾ ਨਹੀਂ ਤੈਨੂੰ ਕਦੋਂ ਅਕਲ ਆਵੇਗੀ। ਤੈਨੂੰ ਇਹ ਵੀ ਮਾਲੂਮ ਨਹੀਂ ਕਿ ਤੂੰ ਸਭ ਤੋਂ ਵੱਡਾ ਏ। ਇੱਥੇ ਜੇਠ ਦੀ ਰੋਟੀ ਕੋਈ ਨਹੀਂ ਪਕਾਉਂਦਾ। ਜਦ ਹੁਜਰੇ ਵਾਲੇ ਨੂੰ ਮਾਲੂਮ ਹੋਇਆ ਕਿ ਮੈਂ ਦੂਜੇ ਵਿਆਹ ਤੋਂ ਇਨਕਾਰੀ ਹਾਂ, ਉਹਨਾਂ ਆਖਿਆ, ਓਏ ਚੱਲਿਆ, ਤੇਰੀ ਮਾਂ ਠੀਕ ਆਖਦੀ ਏ। ਇੱਥੇ ਜੇਠ ਹੋਣਾ ਵੀ ਇੱਕ ਅਜ਼ਾਬ ਏ। ਸਾਡੇ ਪੰਜਾਬ ਦੀ ਇੱਕ ਬੋਲੀ ਏ, ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ ਤੇ ਦੇਵਰ ਭਾਵੇਂ ਮੱਝ ਚੁੰਗ ਲਏ। ਤੂੰ ਆਪਣੀ ਮਾਂ ਦੀ ਗੱਲ ਮੰਨ ਜਾ। ਘਰ ਹੀ ਇਸ ਸਮਾਜ ਦੀ ਇਕਾਈ ਹੁੰਦਾ ਏ, ਘਰ ਵਸਾ ਲੈ। ਹੁਜਰੇ ਵਿੱਚੋਂ ਹੁਕਮ ਹੋਇਆ ਤਾਂ ਮੈਂ ਮਾਂ ਸਾਹਮਣੇ ਹਾਮੀ ਭਰ ਲਈ। ਮੇਰੇ ਹਾਂ ਕਰਨ ਉੱਤੇ ਮਾਂ ਚਾਈਂ ਆਪਣੇ ਵੱਡੇ ਭਰਾ ਦੇ ਬੂਹੇ ਉੱਤੇ ਜਾ ਬੈਠੀ। ਮੇਰੇ ਮਾਮੇ ਤੇ ਮਾਮੇ ਦਿਆਂ ਘਰ ਵਾਲਿਆਂ ਨੂੰ ਲੋਕਾਂ ਬਥੇਰਾ ਆਖਿਆ ਕਿ ਮੁੰਡਾ ਦੁਹਾਜੂ ਏ, ਉਹਦੇ 2 ਬਾਲ ਵੀ ਹੈਣ, ਕੁਝ ਸੋਚ ਲਵੋ, ਮਗਰੋਂ ਨਾ ਪਛਤਾਇਆ ਜੇ।
ਪਰ ਮੇਰਾ ਮਾਮਾ ਭੈਣ ਨੂੰ ਕਿਵੇਂ ਮੋੜ ਸਕਦਾ ਸੀ? ਉਹਦਾ ਆਖਣਾ ਸੀ, ਭੈਣ ਨੂੰ ਖਾਲੀ ਹੱਥ ਤੋਰਨਾ ਮੇਰੀ ਤਾਕਤ ਤੋਂ ਬਾਹਰ ਏ। ਮਾਂ ਰਾਜੀ ਖੁਸ਼ੀ ਵਾਪਸ ਆ ਕੇ ਮੇਰੇ ਦੂਜੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਵਾਂਗ ਹੀ ਮੈਨੂੰ ਗਾਨੇ ਨਾਲ ਸਜਾਇਆ ਗਿਆ। ਹੁਣ ਦੀ ਵਾਰ ਮੈਂ ਖੁੰਡੀ ਹੱਥ ਵਿੱਚ ਨਹੀਂ ਸੀ ਫੜੀ। ਪਹਿਲੀ ਸ਼ਾਦੀ ਉੱਤੇ ਮੇਰੀ ਜੰਝ ਪੈਦਲ ਗਈ ਸੀ ਤੇ ਹੁਣ ਤਰੱਕੀ ਹੋ ਗਈ ਸੀ। ਇਸੇ ਲਈ ਮਾਂਗ ਵੀ ਟਰਾਲੀ ਉੱਤੇ ਮੇਰੀ ਜੰਝ ਚੜ੍ਹੀ ਸੀ। ਉਦੋਂ ਕੰਜਰੀਆਂ ਬੁਲਾ ਕੇ ਮੁਜਰਾ ਕਰਵਾਇਆ ਸੀ ਤੇ ਹੁਣ ਰਾਸਧਾਰੀਏ ਅਖਾੜਾ ਬੰਨਿਆ ਸੀ। ਰਿਵਾਜ ਭਾਵੇਂ ਹੋ ਗਿਆ ਸੀ ਕਿ ਜੰਝ ਸ਼ਾਮ ਨੂੰ ਉਸੇ ਦਿਨ ਹੀ ਪਰਤ ਆਉਂਦੀ ਸੀ, ਪਰ ਮੇਰੀ ਜੰਝ ਮੇਰੇ ਸਾਲਿਆਂ ਰਾਤ ਰੱਖ ਲਈ, ਕਿਉਂ ਜੋ ਉਹਨਾਂ ਦੀ ਇੱਕੋ ਇੱਕ ਭੈਣ ਸੀ ਤੇ ਉਹ ਆਈ ਜੰਝ ਦੀ ਰੱਜ ਕੇ ਸੇਵਾ ਕਰਨਾ ਚਾਹੁੰਦੇ ਸਨ। ਮੇਰੇ ਇਸ ਵਿਆਹ ਵਿੱਚ ਮੇਰੇ ਪੁੱਤਰ ਵੀ ਮੇਰੇ ਜਾਂਝੀ ਸਨ ਤੇ ਮੇਰਾ ਪਿਓ ਵੀ। ਮੇਰੇ ਨਾਨਕਿਆਂ ਵਿੱਚੋਂ ਕੁਝ ਸ਼ਈਆ ਹੋ ਗਏ ਹੋਏ ਸਨ। ਵੱਡਾ ਮਾਮਾ ਵੀ ਸ਼ਈਆ ਹੋ ਗਿਆ ਹੋਇਆ ਸੀ। ਮੈਨੂੰ ਨਿਕਾਹ ਲਈ ਪੁੱਛਿਆ ਗਿਆ ਕਿ ਮੌਲਵੀ ਸ਼ਈਆ ਹੋਵੇ ਜਾਂ ਸੁੰਨੀ, ਜਿਹੜਾ ਮਰਜ਼ੀ ਹੋਵੇ। ਮੇਰਾ ਜਵਾਬ ਸੀ, ਸ਼ਈਆ ਮੌਲਵੀ ਉਸ ਪਿੰਡ ਦਾ ਮੇਰਾ ਜਾਣੂ ਸੀ। ਪਹਿਲੇ ਵੀ ਉਹਦੇ ਨਾਲ ਹਾਸਾ ਮਖੌਲ ਕਰ ਲਈਦਾ ਸੀ। ਛੋਟੇ ਮਾਮੇ ਦਾ ਬੇਲੀ ਸੀ ਉਹ ਮੌਲਵੀ ਨਿਕਾਹ ਪੜ੍ਹਾਉਣ ਲਈ ਆਇਆ। ਪਹਿਲੇ ਮੌਲਵੀ ਨਾਲੋਂ ਬਿਲਕੁਲ ਹੀ ਵੱਖਰੀ ਸ਼ਰੀਅਤ ਸੀ ਉਹਦੀ। ਪਹਿਲੇ ਨਿਕਾਹ ਵੇਲੇ ਮੌਲਵੀ ਮੈਨੂੰ 5 ਕਲਮੇ ਪੜ੍ਹਾਏ, ਇਮਾਨ ਦੀਆਂ ਸਿਫਤਾਂ ਤੇ ਹੋਰ ਵੀ ਕੁਝ ਹੈ ਸੀ। ਅੱਗੇ ਮੌਲਵੀ ਪੜ੍ਹਦਾ ਸੀ ਤੇ ਪਿੱਛੇ ਤੋਤੇ ਵਾਂਗਰ ਮੈਂ ਮੁਣ ਕਰੀ ਜਾਂਦਾ ਸਾਂ। ਬਹੁਤ ਕੁਝ ਰਟਾਵਣ ਤੇ ਫਿਰ ਆਪ ਪੜ੍ਹਨ ਮਗਰੋਂ ਮੌਲਵੀ ਮੇਰੀ ਵਹੁਟੀ ਦਾ ਨਾਂ ਲੈ ਕੇ ਪੁੱਛਿਆ, ਤੈਨੂੰ ਕਬੂਲ ਏ? 3 ਵਾਰ ਉਸ ਇੰਝ ਹੀ ਆਖਿਆ ਸੀ। ਪਰ ਇਹ ਸ਼ਈਆ ਮੌਲਵੀ ਤਾਂ ਸਭ ਕੁਝ ਆਪੇ ਆਪ ਹੀ ਪੜ੍ਹੀ ਜਾਂਦਾ ਸੀ। ਬਹੁਤ ਸਾਰਾ ਪੜ੍ਹਨ ਮਗਰੋਂ ਜਦ ਮੌਲਵੀ ਮੇਰੀ ਵਹੁਟੀ ਦਾ ਨਾਂ ਲੈ ਕੇ ਪੁੱਛਿਆ, ਤੈਨੂੰ ਕਬੂਲ ਏ? ਮੈਂ ਸ਼ਰਾਰਤ ਵਿੱਚ ਸਾਂ। ਹੌਲੀ ਜਿਹੀ ਆਖਿਆ, ਭਲਾ ਜਦ ਸਾਰਾ ਕੁਝ ਤੂੰ ਆਪੇ ਹੀ ਪੜ੍ਹ ਲਿਆ ਏ, ਇਹ ਵੀ ਆਖ ਛੱਡ, ਮੈਨੂੰ ਕੀ ਪੁੱਛਣਾ ਏ? ਨਾਨਕਾ ਪਿੰਡ ਸੀ, ਮੌਲਵੀ ਨਾਲ ਹਾਸਾ ਮਜ਼ਾਕ ਹੈ ਸੀ, ਨਹੀਂ ਤਾਂ ਛਿੱਤਰ ਬਹੁਤ ਪੈਣੇ ਸਨ। ਮੌਲਵੀ ਮੈਨੂੰ ਘੂਈ ਕੱਢ ਕੇ ਆਖਿਆ, ਬੇਸ਼ਰਮ ਨਾ ਬਣ, ਚੁੱਪ ਕਰਕੇ ਮਤਲਬ ਦੀ ਗੱਲ ਕਰ। ਜੇ ਤੂੰ ਹੁਣ ਸ਼ਰਾਰਤ ਕੀਤੀ ਤਾਂ ਪਛਤਾਵੇਂਗਾ। ਮੇਰੇ ਤੇ ਮੌਲਵੀ ਵਿਚਕਾਰ ਗੱਲ ਦੂਜੇ ਲੋਕ ਨਹੀਂ ਸੁਣ ਸਕੇ। ਦੂਜੇ ਲੋਕ ਕੰਨ ਖੁੱਲ੍ਹੇ ਕੀਤੇ ਤਾਂ ਸਨ, ਪਰ ਉਹਨਾਂ ਤੀਕਰ ਗੱਲ ਅੱਪੜੀ ਨਹੀਂ ਸੀ। ਮੈਂ ਸਾਊ ਬੰਦੇ ਵਾਂਗਰ ਕਬੂਲ ਆਖਿਆ ਤਾਂ ਨਿਕਾਹ ਪੱਕਾ ਹੋ ਗਿਆ, ਯਾਨੀ ਇੱਕ ਹੋਰ ਔਰਤ ਉੱਤੇ ਖਤਮ ਪੜਿਆ ਗਿਆ ਤੇ ਉਹ ਮੇਰੀ ਹੋਈ। ਮੇਰੇ ਪੁਰਾਣੇ ਬਾਲਾਂ ਤੇ ਨਵੀਂ ਵਹੁਟੀ ਇੱਕ ਦੂਜੇ ਨੂੰ ਕਬੂਲ ਕਰ ਲਿਆ ਤੇ ਘਰ ਵਸਣ ਲੱਗ ਪਿਆ। ਇੱਕ ਦਿਨ ਮੇਰੇ ਬੈਠਿਆਂ ਗੌਰਮੈਂਟ ਕਾਲਜ ਲਾਹੌਰ ਦੇ ਸਾਬਕਾ ਪ੍ਰਿੰਸੀਪਲ ਹੁਜਰੇ ਵਿੱਚ ਆਏ। ਅਸਾਂ ਦੋਵੇਂ ਰੋਟੀ ਖਾ ਰਹੇ ਸਾਂ। ਡਾਕਟਰ ਸਾਹਿਬ ਦੇ ਆਉਂਦਿਆਂ ਹੀ ਮੈਨੂੰ ਹੁਕਮ ਹੋਇਆ, ਜਾ ਇੱਕ ਬੰਦੇ ਦੀ ਰੋਟੀ ਹੋਰ ਲੈ ਆ। ਅੱਜ ਰੋਟੀ ਬਾਜ਼ਾਰੋਂ ਆਈ ਸੀ। ਮੈਂ ਜਾ ਕੇ ਇੱਕ ਬੰਦੇ ਦੀ ਰੋਟੀ ਹੋਰ ਲੈ ਆਇਆ। ਗਰਮੀਆਂ ਦੇ ਦਿਨ ਸਨ। 2:30 ਵਜੇ ਦਾ ਵੇਲਾ ਹੋਣਾ ਏ। ਬਾਹਰ ਅੰਤਾਂ ਦੀ ਗਰਮੀ ਸੀ, ਪਰ ਹੁਜਰੇ ਵਿੱਚ ਠੰਡ ਸੀ। ਹੁਜਰੇ ਦੀ ਬਣਾਵਟ ਐਸੀ ਸੀ ਕਿ ਗਰਮੀਆਂ ਵਿੱਚ ਠੰਡਾ ਰਹਿੰਦਾ ਸੀ। ਰੋਟੀ ਖਾਵਣ ਮਗਰੋਂ ਡਾਕਟਰ ਸਾਹਿਬ ਵਾਸਤੇ ਉਹਨਾਂ ਆਪਣੇ ਹੱਥ ਨਾਲ ਕੁਝ ਸੇਬ ਕੱਟ ਕੇ ਛਿੱਲ ਕੇ ਉਹਨਾਂ ਅੱਗੇ ਪਲੇਟ ਵਿੱਚ ਰੱਖੇ। ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਦੋਵੇਂ ਯਾਰ ਸਨ, ਇੱਕ ਦੂਜੇ ਕੋਲੋਂ ਉੱਕਾ ਪਏ ਨਹੀਂ ਸਨ ਝਿਜਕਦੇ ਤੇ ਨਾ ਹੀ ਕੁਝ ਸੰਗਦੇ ਸਨ। ਡਾਕਟਰ ਸਾਹਿਬ ਨੂੰ ਪੁੱਛਣ ਉੱਤੇ, ਡਾਕਟਰ ਸਾਹਿਬ ਇੰਨੀ ਧੁੱਪ ਵਿੱਚ ਖੈਰੀ ਨਿਕਲਿਓ? ਡਾਕਟਰ ਸਾਹਿਬ ਆਖਿਆ, ਮੈਂ ਬੁੱਲੇ ਸ਼ਾਹ ਬਾਰੇ ਕੁਝ ਕੰਮ ਕਰਨਾ ਚਾਹੁੰਦਾ ਹਾਂ। ਪਿਕਚਰ ਵਾਲੇ ਮੇਰੀ ਸਰਪ੍ਰਸਤੀ ਕਰਨਾ ਚਾਹੁੰਦੇ ਨੇ। ਉਹ ਇਸ ਕੰਮ ਵਿੱਚ ਮੇਰੀ ਹਰ ਤਰ੍ਹਾਂ ਮਦਦ ਕਰਨਾ ਚਾਹੁੰਦੇ ਨੇ। ਮੇਰੀ ਰੀਝ ਏ ਕਿ ਤੁਸੀਂ ਮੇਰੀ ਮਦਦ ਕਰੋ ਤਾਂ ਜੋ ਮੈਂ ਇਹ ਕੰਮ ਸਿਰੇ ਚਾੜ੍ਹ ਲਵਾਂ। ਉਸਤਾਦ ਪੁੱਛਿਆ, ਡਾਕਟਰ ਸਾਹਿਬ ਬੁੱਲੇ ਸ਼ਾਹ ਬਾਰੇ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ? ਡਾਕਟਰ ਸਾਹਿਬ ਬੜੇ ਇਤਮਾਦ ਨਾਲ ਬੋਲੇ, ਅਸਾਂ ਬੁੱਲੇ ਸ਼ਾਹ ਦੇ ਕਲਾਮ ਵਿੱਚੋਂ ਗਲਤੀਆਂ ਕੱਢ ਕੇ ਸਾਫ਼ ਕਰਨਾ ਚਾਹੁੰਦੇ ਹਾਂ। ਤੁਹਾਡੇ ਤੇ ਤੁਹਾਡੇ ਸਰਪ੍ਰਸਤਾਂ ਦੇ ਖਿਆਲ ਵਿੱਚ ਬੁੱਲੇ ਸ਼ਾਹ ਦੇ ਕਲਾਮ ਵਿੱਚ ਕਿਹੜੀਆਂ ਗਲਤੀਆਂ ਨੇ? ਉਸਤਾਦ ਜੀ ਕੁਝ ਖਿਝ ਗਏ ਸਨ। ਡਾਕਟਰ ਸਾਹਿਬ ਆਖਿਆ, ਇਸ ਨੇਕ ਮਕਸਦ ਲਈ ਤਾਂ ਤੁਹਾਡੀ ਮਦਦ ਲੋੜਦੇ ਹਾਂ। ਬੁੱਲੇ ਸ਼ਾਹ ਸਾਹਿਬ ਮੁਸਲਮਾਨ ਸੂਫੀ ਤੇ ਇਮਾਮ ਮਸਜਿਦ ਵੀ ਸਨ। ਉਹਨਾਂ ਦੇ ਵਾਲਦ ਵੀ ਇਮਾਮ ਮਸਜਿਦ ਸਨ। ਡਾਕਟਰ ਸਾਹਿਬ ਜ਼ੋਰ ਦੇ ਕੇ ਆਖਿਆ, ਸਾਡੇ ਖਿਆਲ ਵਿੱਚ ਮੁਸਲਮਾਨ ਬੁੱਲੇ ਸ਼ਾਹ ਦੇ ਕਲਾਮ ਵਿੱਚ ਗੈਰ ਇਸਲਾਮੀ ਸ਼ੇਅਰ ਕਿੰਝ ਜਾ ਸਕਦੇ ਨੇ? ਇਹੀ ਵੇਖਣਾ ਤੇ ਭਾਲਣਾ ਏ, ਕਲਾਮ ਨੂੰ ਸਾਫ਼ ਕਰਨਾ ਏ। ਉਸਤਾਦ ਜੀ ਤੁਸੀਂ ਵੀ ਕੁਝ ਮਦਦ ਕਰੋ। ਇਹ ਗੱਲ ਸੁਣ ਕੇ ਹੁਜਰੇ ਵਾਲਾ ਗਰਮ ਹੋ ਗਿਆ ਤੇ ਆਖਿਆ, ਡਾਕਟਰ ਸਾਹਿਬ ਨਾ ਤੇ ਤੁਸੀਂ ਪੰਜਾਬੀ ਦੇ ਬੰਦੇ ਹੋ ਤੇ ਨਾ ਹੀ ਤੁਸੀਂ ਕੋਈ ਪੰਜਾਬੀ ਦੀ ਕਿਤਾਬ ਪੜ੍ਹੀ ਹੋਈ ਏ, ਨਾ ਹੀ ਤੁਹਾਡਾ ਕੋਈ ਸ਼ੇਅਰੋ ਅਦਬ ਨਾਲ ਵਾਸਤਾ ਏ। ਫਿਰ ਤੁਹਾਨੂੰ ਕੀ ਹੱਕ ਏ
ਬੁੱਲੇ ਸ਼ਾਹ ਦੀਆਂ ਸੁੰਨਤਾਂ ਕਰਨ ਤੁਰ ਪਏ ਹੋ। ਡਾਕਟਰ ਸਾਹਿਬ ਵੀ ਚੜ ਗਏ। ਗੁੱਸੇ ਨਾਲ ਬੋਲੇ, ਇਹ ਕੀ ਗੱਲ ਹੋਈ ਭਲਾ? ਮੈਂ ਪੰਜਾਬੀ, ਮੇਰਾ ਪਿਓ ਪੰਜਾਬੀ, ਮੇਰੀ ਮਾਂ ਪੰਜਾਬਣ, ਮੈਨੂੰ ਕਿਉਂ ਨਹੀਂ ਪੰਜਾਬੀ ਦੀ ਸਮਝ? ਮੈਂ ਸਾਰਾ ਪੰਜਾਬੀ ਦਾ ਲਿਟਰੇਚਰ ਪੜ੍ਹਿਆ ਹੋਇਆ ਏ। ਹੁਜਰੇ ਵਾਲੇ ਮੁਸਕਰਾ ਕੇ ਆਖਿਆ, ਡਾਕਟਰ ਸਾਹਿਬ ਤੁਸਾਂ ਪੰਜਾਬੀ ਦਾ ਕੁਝ ਨਹੀਂ ਪੜ੍ਹਿਆ ਹੋਇਆ। ਜੇ ਪੜ੍ਹਿਆ ਹੁੰਦਾ ਤਾਂ ਇੰਜ ਉਸ ਤਰ੍ਹਾਂ ਨਾ ਫੇਰਦੇ। ਡਾਕਟਰ ਸਾਹਿਬ ਫੇਰ ਆਖਿਆ, ਮੈਂ ਪੜ੍ਹਿਆ ਹੋਇਆ ਏ, ਮੈਨੂੰ ਪੰਜਾਬੀ ਦੀ ਸਮਝ ਏ, ਮੈਂ ਪੰਜਾਬੀ ਦਾ ਚੰਗਾ ਜਾਣੂ ਆ। ਨਹੀਂ, ਤੁਸਾਂ ਜੋ ਪੜ੍ਹਿਆ ਏ ਉਹ ਇੱਧਰ ਉੱਧਰ ਦਾ ਲਿਟਰੇਚਰ ਪੜ੍ਹਿਆ ਹੋਣਾ ਏ, ਇੱਧਰ ਤਾਂ ਕੋਈ ਕੰਮ ਹੀ ਨਹੀਂ ਹੋਇਆ। ਉਸ ਪਾਸੇ ਬੁੱਲੇ ਸ਼ਾਹ ਤੇ ਦੂਜੇ ਪੰਜਾਬੀ ਲਿਟਰੇਚਰ ਉੱਤੇ ਬਹੁਤ ਜ਼ਿਆਦਾ ਕੰਮ ਹੋਇਆ ਏ ਜੋ ਤੁਸਾਂ ਨਹੀਂ ਪੜ੍ਹਿਆ। ਪਹਿਲੇ ਉਹ ਪੜ੍ਹੋ ਤਾਂ ਫੇਰ ਵੇਖੋ ਬੁੱਲੇ ਸ਼ਾਹ ਉੱਤੇ ਕਿੰਨਾ ਕੁ ਕੰਮ ਕੀਤਾ ਏ ਪੰਜਾਬੀ ਪਿਆਰਿਆਂ ਨੇ। ਪਰ ਡਾਕਟਰ ਸਾਹਿਬ ਅੜ ਗਏ। ਅਨਪੜ੍ਹਤਾ ਦਾ ਤਾਨਾ ਸੁਣ ਕੇ ਬੋਲੇ, ਜਦ ਮੈਂ ਪੰਜਾਬੀ ਹਾਂ, ਪੰਜਾਬੀ ਲਿਟਰੇਚਰ ਵੀ ਪੜ੍ਹਿਆ ਹੋਇਆ ਏ, ਫਿਰ ਮੈਨੂੰ ਕੀ ਲੋੜ ਏ ਗੁਰਮੁਖੀ ਪੜ੍ਹਨ ਦੀ? ਡਾਕਟਰ ਸਾਹਿਬ ਜਜ਼ਬਾਤੀ ਹੋ ਗਏ, ਬੋਲੀ ਗਏ, ਮੈਨੂੰ ਮਾਲੂਮ ਏ ਬੁੱਲੇ ਸ਼ਾਹ ਸਾਹਿਬ ਦਾ ਪੰਜਾਬੀ ਅਦਬ ਵਿੱਚ ਕੀ ਮੁਕਾਮ ਤੇ ਰੁਤਬਾ ਏ। ਮੈਨੂੰ ਪੰਜਾਬੀ ਜ਼ੁਬਾਨ ਦੀ ਸਮਝ ਤੇ ਸੂਝ ਹੈ। ਮੈਂ ਕਿਉਂ ਕਿਸੇ ਕੋਲੋਂ ਪੁੱਛਦਾ ਫਿਰਾਂ ਕਿ ਬੁੱਲੇ ਸ਼ਾਹ ਦਾ ਕੀ ਮੁਕਾਮ ਏ? ਗੱਲ ਵੱਧ ਗਈ ਸੀ, ਬਹੁਤ ਤਲਖੀ ਹੋਈ। ਦੋਵੇਂ ਯਾਰ ਆਪਣੀ ਜੈਦ ਉੱਤੇ ਅੜ ਗਏ। ਹੁਜਰੇ ਵਾਲੇ ਆਖਿਆ, ਜੇ ਤੁਹਾਨੂੰ ਪੰਜਾਬੀ ਜ਼ੁਬਾਨ ਆਉਂਦੀ ਏ, ਸੂਝ-ਬੂਝ ਵੀ ਹੈ, ਤਾਂ ਇਸ ਸ਼ੇਅਰ ਦੀ ਤਸ਼ਰੀਹ ਕਰ ਦਿਓ। ਨਰੜ ਗੰਢੀਏ, ਕਰੜ ਕੱਟੀਏ, ਕਿਸੇ ਨਵੇਲੀਏ ਮਾਰ ਪਡੀੜੀਏ ਨੀ, ਫਿਰੇ ਸਾਨਾਂ ਦੇ ਨਾਲ ਖੈਂਦੀ, ਚੱਪੜ ਵੰਡੀਏ, ਛੰਨੀਏ ਚੇਰੀਏ ਨੀ। ਜੇ ਇੱਥੇ ਤੁਹਾਨੂੰ ਸ਼ਰਮ ਆਉਂਦੀ ਏ ਤਾਂ ਲਿਖ ਕੇ ਲੈ ਜਾਓ, ਘਰ ਬੈਠ ਕੇ ਤਸ਼ਰੀਹ ਕਰ ਲਿਆ ਜੇ। ਪਰ ਡਾਕਟਰ ਸਾਹਿਬ ਤੇ ਹੈਰਾਨ ਸਨ। ਬੋਲੇ, ਮੈਂ ਇਹ ਸ਼ੇਅਰ ਕਿਧਰੇ ਨਹੀਂ ਪੜ੍ਹਿਆ, ਲੱਗਦਾ ਏ ਵਾਰਸ਼ ਸ਼ਾਹ ਦਾ ਹੋਣਾ ਏ। ਇਸੇ ਲਈ ਤਾਂ ਮੈਂ ਆਖਣਾ ਵਾਂ ਕਿ ਤੁਸਾਂ ਪੰਜਾਬੀ ਦੇ ਬੰਦੇ ਨਹੀਂ ਹੋ। ਬੁੱਲੇ ਸ਼ਾਹ ਦੀਆਂ ਸੁੰਨਤਾਂ ਨਾ ਕਰੋ। ਪਰ ਤੁਸਾਂ ਆਪਣੀ ਜਾਤ ਨੂੰ ਤੂਲ ਹੀ ਬਹੁਤ ਦਿੱਤਾ ਹੋਇਆ ਏ। ਕਿਸੇ ਦੀ ਗੱਲ ਤੁਹਾਡੇ ਤਿੱਕ ਰੱਪੜਦੀ ਹੀ ਨਹੀਂ। ਮੌਲਵੀ ਲੋਕਾਂ ਤਾਂ ਪਹਿਲੇ ਹੀ ਬੁੱਲੇ ਸ਼ਾਹ ਤੇ ਹੋਰ ਪੰਜਾਬੀ ਜ਼ੁਬਾਨ ਦੇ ਅਦਬ ਨਾਲ ਬਹੁਤ ਧਰੋਹ ਕੀਤਾ ਹੋਇਆ ਏ, ਸੁੰਨਤਾਂ ਕੀਤੀਆਂ ਹੋਈਆਂ ਨੇ। ਹੁਣ ਤੁਸੀਂ ਉਸ ਤਰ੍ਹਾਂ ਲੈ ਕੇ ਟੁਰ ਪਏ ਹੋ। ਹੁਣ ਡਾਕਟਰ ਸਾਹਿਬ ਕੁਝ ਨਹੀਂ ਸਨ ਬੋਲ ਰਹੇ। ਉਹਨਾਂ ਫੇਰ ਆਖਿਆ, ਡਾਕਟਰ ਸਾਹਿਬ ਤੁਸਾਂ ਪੈਸੇ ਖਾਣੇ ਨੇ ਤਾਂ ਕੋਈ ਹੋਰ ਤਰੀਕੇ ਨਾਲ ਖਾ ਲਵੋ। ਵੈਸੇ ਮੈਂ ਤੁਹਾਡੀ ਮਦਦ ਲਈ ਜੋ ਕੁਝ ਹੋਇਆ ਕਰ ਸਾਂ। ਕੁਝ ਹੋਰ ਝੱਟ ਬੈਠਣ ਮਗਰੋਂ ਡਾਕਟਰ ਸਾਹਿਬ ਚਲੇ ਗਏ ਤਾਂ ਮੈਨੂੰ ਪੁੱਛਿਆ, ਸ਼ੇਖੂਪੁਰੀਆ ਤੂੰ ਇਸ ਸ਼ੇਅਰ ਦੀ ਤਸ਼ਰੀਹ ਕਰ ਸਕਣਾ ਏ? ਤਸ਼ਰੀਹ ਤਾਂ ਔਖੀ ਮਾਲੂਮ ਹੁੰਦੀ ਏ, ਮੈਂ ਆਖਿਆ, ਪਰ ਇਸ ਸ਼ੇਅਰ ਦਾ ਤਰਜਮਾ ਕਰ ਸਕਣਾ ਵਾਂ। ਕੁਝ ਵੀ ਔਖਾ ਨਹੀਂ ਹੁੰਦਾ, ਬਸ ਜਰਾ ਤਵੱਜੋ ਕਰਨ ਦੀ ਲੋੜ ਹੁੰਦੀ ਏ। ਉਸ ਦਿਨ ਦੇ ਮਗਰੋਂ ਵੀ ਕਈ ਦਿਨ ਪੰਜਾਬੀ ਜ਼ੁਬਾਨ ਤੇ ਅਦਬ ਮੌਜੂ ਬਣਿਆ ਰਿਹਾ ਸੀ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।